हो सकती है, लेकिन उसकी कोई रिपोर्ट नहीं आई। फिर यह है जो फड़े गए बंदे वो टिप ऑफ द आइसबर्ग है। ਜਿਹੜਾ ਬੰਦਾ ਅਸਲੀ ਹੈਗਾ ਪਿੱਛੇ ਚਲਾ ਰਿਹਾ ਉਹਨੂੰ ਹੱਥ ਨਹੀਂ ਲਾਇਆ। 5600 ਕਰੋੜ ਰੁਪਈਆ ਤਾਂ ਕਹਿੰਦੇ ਇੱਕ ਸਾਲ ਦੇ ਵਿੱਚ ਰੈਵਨਿਊ ਲਾਸ ਹੋਇਆ, ਲੇਕਿਨ ਉਹੀ ਕੱਢ ਲੈਂਦੇ, ਉਹ ਰਿਕਵਰੀ ਨਹੀਂ ਕੀਤੀ ਗਈ। ਉਹ ਸਾਰੀਆਂ ਜਿੰਨੀਆਂ ਸੀ ਨਾ ਦਬਾ ਦਿੱਤੀਆਂ ਗਈਆਂ। ਤੇ ਹੁਣ ਕੀ ਹੈ, ਹੁਣ ਇਹ ਹੈਗਾ ਕਿ ਵੀ ਟੈਕਸ ਉਹਨੇ ਇੱਕ ਟੈਕਸ ਜਿਹੜਾ ਹੈਗਾ ਕਿ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਵਪਾਰੀ ਭਰਾਵਾਂ ਤੇ ਪ੍ਰੋਫੈਸ਼ਨਲ ਤੇ ਲਗਾਇਆ ਕਿ 200 ਰੁਪਈਆ ਪਰ ਮੰਥ ਦੇਣਾ। ਕਦੋਂ ਤੋਂ ਦੇਣਾ? 18 ਤੋਂ ਦੇਣਾ। ਤੇ ਇੰਨੇ ਸਾਲ ਰਿਕਵਰੀ ਕਿਉਂ ਨਹੀਂ ਕੀਤੀ ਗਈ? ਪ੍ਰਸ਼ਨ ਇਹ ਵੀ ਉੱਠਦਾ ਜੇ ਤੁਹਾਡਾ ਟੈਕਸ ਲੱਗਾ ਹੋਇਆ ਸੀਗਾ ਤੇ ਕਿਉਂ ਨਹੀਂ ਤੁਸੀਂ ਸਖਤੀ ਵਿਖਾਈ ਗਈ? ਹੁਣ ਕਿਉਂ ਦਿਖਾ ਰਹੇ ਹੋ? ਫਿਰ 2% ਇੰਟਰਸਟ ਨਾਲ ਲਿੱਤਾ ਜਾਊਗਾ। ਇਹ ਜਿਹੜਾ ਟੈਕਸ ਹੈਗਾ ਨਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ, ਇਹ ਕਾਲੀ ਬੀਜੇਪੀ ਸਰਕਾਰ ਦੇ ਵਿੱਚ ਬਿਊਰੋਕ੍ਰੈਟਿਕ ਪ੍ਰਪੋਜ਼ਲ ਸੀ, ਉਹਨੂੰ ਪ੍ਰੋਫੈਸ਼ਨਲ ਟੈਕਸ ਕਹਿੰਦੇ ਸੀਗੇ। ਮੈਂ ਬਤੌਰ ਪਾਰਟੀ ਲੀਡਰ ਬੀਜੇਪੀ ਦੇ ਲੈਜਿਸਲੇਟਿਵ ਲੀਡਰ ਸੀ, ਮੈਂ ਫੁੱਟ ਡਾਊਨ ਕੀਤਾ, ਅਸੀਂ ਲੱਗਾ ਨਹੀਂ ਦਿੱਤਾ। ਅਸੀਂ ਨਹੀਂ ਲੱਗਣ ਦਿੱਤਾ ਕਿ ਬੋਝ ਪੈਂਦਾ। ਅਸੀਂ ਉਦੋਂ ਪ੍ਰੋਟੈਸਟ ਕੀਤਾ ਕਿ ਵੀ ਇਸ ਲਈ ਕਿ ਵੀ ਬਿਜਲੀ ਦੀਆਂ ਦਰਾਂ ਵੀ ਨਹੀਂ ਵਧਣੀਆਂ ਚਾਹੀਦੀਆਂ, ਉਹਦਾ ਭਾਰ ਜਿਹੜਾ ਅਸੀਂ ਕਿਸਾਨੀ ਦੇ ਉੱਤੇ ਮਾਫ ਕੀਤਾ ਹੈ ਬਿਜਲੀ ਦਾ, ਉਹਦਾ ਭਾਰ ਨਹੀਂ ਪੈਣਾ ਚਾਹੀਦਾ, ਉਹ ਵੀ ਨਹੀਂ ਬਿਆਨ ਦਿੱਤਾ। ਤੁਹਾਨੂੰ ਯਾਦ ਹੋਣਾ। ਲੇਕਿਨ ਅੱਜ ਹਾਲਾਤ ਕੀ ਹੈ? ਅੱਜ ਹਾਲਾਤ ਹੈ ਕਿ ਵੀ ਬਿਜਲੀ ਦੇ ਰੇਟ ਜਿਹੜੇ ਹੈਗੇ ਚੁੱਪ ਕਰਕੇ ਲੇਟੈਂਟਲੀ ਵਧਾ ਦਿੱਤੇ ਜਾਂਦੇ। ਇੱਥੇ ਹੀ ਬਸ ਨਹੀਂ ਆ। ਹੁਣ ਤੁਸੀਂ ਦੇਖੋ ਕਿ ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ ਫੀਸ PIDB ਫੀਸ ਜਿਹੜੀ ਹੈਗੀ ਹੈ ਉਹ ਪੈਟਰੋਲ ਡੀਜ਼ਲ ਦੇ ਉੱਤੇ ਤੇ ਸੇਲ ਡਿਊਟੀ ਤੇ ਲਾ ਦਿੱਤੀ 0.25%। ਪਹਿਲਾਂ ਹੀ ਵਧਾਇਆ ਹੈ, 15% ਪਹਿਲਾਂ ਵਧਾਈ ਹੈ ਸੇਲ ਡਿਊਟੀ ਤੇ। ਤਾਂ ਔਰ ਇਹ ਸਾਰਾ ਜਿੰਨਾ ਹੈਗਾ ਬੋਝ ਆਮ ਜਨਤਾ ਦੇ ਪਾ ਰਿਹਾ। ਤੇ ਜਿਹੜੀ ਡਰੱਗਸ ਦੇ ਵਿੱਚ ਇਲੀਗਲ ਡਿਸਟਿਲਰੀ 'ਚ ਲੂਟ ਹੋਈ ਹੈ ਉਹਦੇ ਬਾਰੇ ਕੋਈ ਜ਼ਿਕਰ ਨਹੀਂ। ਇਲੀਗਲ ਮਾਈਨਿੰਗ ਦੀ ਸੀਗੀ, ਕੈਪਟਨ ਸਾਹਿਬ ਨੇ ਖੁਦ ਕਿਉਂਕਿ ਚੀਫ ਮਿਨਿਸਟਰ ਦਾ ਕਿਹਾ ਹੋਇਆ ਕਿ ਵੀ ਉਹ ਤਾਂ ਇੰਪਲੀਮੈਂਟ ਹੁੰਦਾ ਹੀ ਹੈ ਨਾ, ਲੇਕਿਨ ਮਾਈਨਿੰਗ ਦੇਖ ਕੇ ਕਿ ਅਸੀਂ ਮਾਈਨਿੰਗ ਪਾਲਿਸੀ ਲੈ ਕੇ ਆਵਾਂਗੇ, ਨਹੀਂ ਲੈ ਆਵਾਂਗੇ। ਕਿਉਂ? ਮੇਰੀ ਭਗਤ ਸੀ ਦੋ ਚੀਜ਼ਾਂ ਦੇ ਵਿੱਚ ਕਿ ਵੀ ਇਲੀਗਲ ਡਿਸਟਿਲਰੀਜ਼ ਦੇ ਵਿੱਚ ਔਰ ਮਾਈਨਿੰਗ ਦੇ ਵਿੱਚ ਜਿਹੜਾ ਹੈਗਾ। ਔਰ ਹਾਲਾਤ ਇਹ ਹੈਗਾ ਕਿ ਭਈ ਇਹ 4 ਸਾਲਾਂ ਦੇ ਵਿੱਚ ਸਕੈਮ ਵੀ ਹੋਇਆ, ਕੁਝ ਨਹੀਂ ਹੋਇਆ। ਜੇ ਆਪਾਂ ਦੇਖੀਏ ਇਲੀਗਲ ਮਾਈਨਿੰਗ ਦਾ ਸੀਗਾ, ਰੈਵਨਿਊ ਸਕੈਮ ਹੋਇਆ, SC ਸਕਾਲਰਸ਼ਿਪ ਦੇ ਵਿੱਚ ਕਿਰਪਾ ਸ਼ੰਕਰ ਸਰੋਜ ਨੇ ਕਿਹਾ ਉਹਦੇ ਪ੍ਰਿੰਸੀਪਲ ਸੈਕਟਰੀ ਕਿ ਵੀ ਇਹਦੇ ਵਿੱਚ ਮਿਨਿਸਟਰ ਇੰਚਾਰਜ ਜਿਹੜਾ ਹੈਗਾ ਉਹ ਇਨਵੋਲਡ ਹੈ ਧਰਮਸੋਤ, ਲੇਕਿਨ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਦੇ ਉਹ ਕਲੀਨ ਚਿੱਟ ਦੇਤੀ ਬੱਚਿਆਂ ਨੇ, ਤੁਸੀਂ ਸਕਾਲਰਸ਼ਿਪ ਖਾ ਰਹੇ ਹੋ ਅਸੀਂ ਬੱਚਿਆਂ ਦਾ। ਸੋ ਕਿਸੇ ਪਾਸੇ ਵੀ ਜਿਹੜਾ ਨਾ ਸਿਰਫ ਸਿੰਪਲੀ ਕਵਰ ਅਪ ਕੀਤਾ ਗਿਆ। ਔਰ ਇਸ ਗੱਲ ਦਾ ਕਿ ਵੀ ਅੱਜ ਜੋ ਹਾਲਾਤ ਬਣੇ ਹੈਗੇ ਆ ਕਿ ਕੋਵਿਡ ਦੇ ਵਿੱਚ, ਕੋਵਿਡ ਦੀ ਗੱਲ ਅੱਜ ਵੀ ਕੈਪਟਨ ਸਾਹਿਬ ਨੇ ਜਿਹੜਾ ਬਿਆਨ ਆਇਆ, ਕੋਵਿਡ ਦੇ ਵਿੱਚ ਜਿਹੜੀ ਵੈਕਸੀਨੇਸ਼ਨ ਹੈ ਜਦ ਤੱਕ ਨਹੀਂ ਆਈ ਸੀ ਉਦੋਂ ਤੱਕ ਲਾਕਡਾਊਨ ਦਾ ਜਿੱਤੇ ਸਮਝ ਆਉਂਦਾ। ਜਦੋਂ ਵੈਕਸੀਨ ਆ ਗਈ ਹੈ ਤੇ ਵੈਕਸੀਨ ਪੂਰੀ ਤਰ੍ਹਾਂ ਲੈਣੀ ਚਾਹੀਦੀ। ਕੇਂਦਰ ਸਰਕਾਰ ਨੇ ਕਿਹਾ ਕਿ ਵੀ ਜਿਹੜੀ ਨੈਸ਼ਨਲ ਐਵਰੇਜ ਹੈ ਉਸ ਤੋਂ ਵੀ ਘੱਟ ਹੈ, ਉਸ ਤੇ ਧਿਆਨ ਨਹੀਂ ਹੈਗਾ। ਹੁਣ ਅਸੀਂ ਕਹੀਏ ਕਿ ਵੀ ਅਸੀਂ ਪੋਲੀਟੀਕਲ ਜਿਹੜੀਆਂ ਹੈਗੀਆਂ ਗੈਦਰਿੰਗਸ ਨਹੀਂ ਹੋਣ ਦੇਣੀਆਂ, ਸੋਸ਼ਲ ਗੈਦਰਿੰਗ ਦੇ ਉੱਤੇ ਬੈਨ ਲਗਾਇਆ। ਉਹਦਾ ਇਲਾਜ ਇਹ ਸੀਗਾ ਜਦ ਤੱਕ ਵੈਕਸੀਨੇਸ਼ਨ ਨਹੀਂ ਹੋ ਰਹੀ ਸੀ, ਨਹੀਂ ਆਈ ਸੀ ਵੈਕਸੀਨੇਸ਼ਨ। ਹੁਣ ਜਦੋਂ ਵੈਕਸੀਨ ਆ ਗਈ ਹੈ ਤੇ ਤੁਸੀਂ ਉਹਦੇ ਉੱਤੇ ਕਿਉਂ ਵਿਛੜ ਰਹੇ ਹੋ? ਉਹ ਪ੍ਰੀਵੈਂਟਿਵ ਮੈਜਰ ਹੈਗਾ ਉਹਦੇ ਉੱਤੇ ਕਿਉਂ ਵਿਛੜ ਰਹੇ ਹੈ? ਔਰ ਅੱਜ ਜਿਹੜਾ ਹੈਗਾ ਜੋ ਸਥਿਤੀ ਬਣਦੀ ਹੈ ਵੀ ਤੁਸੀਂ ਪ੍ਰਸ਼ਾਂਤ ਕਿਸ਼ੋਰ ਨੂੰ ਐਡਵਾਈਜ਼ਰ ਤੌਰ ਤੇ ਪਹਿਲਾਂ ਇਹ ਕੋਲ ਸਟ੍ਰੈਟਜੀ ਸੀਗਾ ਜਦੋਂ 2017 ਚ ਉਹਨੇ ਫਿਰ ਦੁਬਾਰਾ ਆ ਗਿਆ ਐਡਵਾਈਜ਼ਰ। ਅੱਗੇ ਵੀ ਝੂਠੇ ਵਾਅਦੇ ਲਾਏ ਸੀਗੇ ਤੇ ਹੁਣ ਵੀ ਝੂਠੇ ਵਾਅਦੇ ਜਿਹੜੇ ਹੈਗੇ ਆ ਉਹਨੇ ਕਰਨੇ, ਲੇਕਿਨ ਪਬਲਿਕ ਹੈ ਸਭ ਜਾਣਦੀ। ਜਨਤਾ ਹੁਣ ਦੁਬਾਰਾ ਧੋਖਾ ਨਹੀਂ ਖਾਣ ਦਿੰਦੀ, ਕਾਟ ਦੀ ਹਾਂਡੀ ਇੱਕੋ ਵਾਰੀ ਚੜ੍ਹਦੀ ਹੈ। ਤਾਂ ਉਸ ਨਾਤੇ ਜਿਹੜਾ ਹੈਗਾ ਕਿ ਜਿਹੜੇ ਛਲਾਵੇ ਹੁਣ ਜਿਹੜਾ ਹੈਗਾ ਉਹਦੇ ਮਾਧਿਅਮ ਨਾਲ ਕਰਨਗੇ ਪ੍ਰਸ਼ਾਂਤ ਕਿਸ਼ੋਰ ਦਾ ਜਨਤਾ ਸਮਝਦੀ। ਔਰ ਆਉਣ ਵਾਲੇ 2022 ਦੇ ਵਿੱਚ ਇਹਨਾਂ ਨੂੰ ਬਰਦਾਸ਼ਤ ਕੀਤਾ ਹੈ। ਸੋ ਮੋਟੇ ਤੌਰ ਉੱਤੇ ਮੇਰੀ ਇਹ ਗੱਲ ਕਹਿਣੀ, ਜੇ ਕਿਸੇ ਨੇ ਕੋਈ ਸਵਾਲ ਕਰਨਾ ਤੁਸੀਂ ਕਰ ਸਕਦੇ। ਕਾਲੀਨ ਸਰਕਾਰ ਜਾ ਰਹੀ ਹੈ, ਤੁਸੀਂ ਕਹਿੰਦੇ ਕਿ ਸਰਕਾਰ ਆਏਗੀ ਕਿਵੇਂ? ਦੇਖੋ ਗੱਲ ਹੈ ਸਰਕਾਰ ਆਏਗੀ
ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਹਾਲਾਤ ਲੱਗਦੇ ਨੇ ਤੁਹਾਨੂੰ ਬਿਲਕੁਲ ਲੱਗਦੇ ਜੀ। ਬਿਲਕੁਲ ਲੱਗਦੇ। ਪੰਜਾਬ ਦੇ ਵਿੱਚ ਜਿੱਦਾਂ ਦੀ ਸਥਿਤੀ ਹੈ ਤੁਹਾਨੂੰ ਲੱਗਦਾ ਪੰਜਾਬ 'ਚ ਬੀਜੇਪੀ ਆ ਸਕਦੀ ਮੈਂ ਕਿਹਾ ਬਿਲਕੁਲ ਆਏਗੀ। ਹੁਣ ਤੁਸੀਂ ਦੇਖੋ ਹਰਿਆਣਾ ਦਾ ਯੂਨਿਟ ਸਾਡੇ ਤੋਂ ਪਿੱਛੇ ਸੀ ਕਿਉਂਕਿ ਸਰਕਾਰ ਆ ਗਈ ਨਾ, ਉਹਨਾਂ ਨੇ ਨਿਰਣੇ ਕੀਤਾ ਕਿ ਵੀ ਅਸੀਂ ਇਕੱਲੇ ਲੜਾਂਗੇ, ਠੀਕ ਹੈ। ਪ੍ਰਦੇਸ਼ ਦੇ ਯੂਨਿਟ ਨੇ ਨਿਰਣੇ ਕੀਤਾ, ਹਾਲੇ ਕਿ ਕੇਂਦਰ ਸਾਡਾ ਥੋੜਾ ਜਿਹਾ ਇੱਥੇ ਡਗਮਗਾਉਂਦਾ ਸੀਗਾ। ਸਰਕਾਰ ਤੋਂ 2 ਵਾਰੀ ਬਣੀ। ਅੱਜ ਸਾਰਿਆਂ ਨੂੰ ਮੌਕਾ ਮਿਲਿਆ ਕਿ ਕਿਉਂ ਨਹੀਂ ਮਿਲੇਗਾ। ਮਨੋਰੰਜਨ ਜੀ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਜਿਹੜੇ ਬਾਰਡਰ ਦੇ ਕਿਸਾਨ ਨੇ ਬੀਐਸਐਫ ਨੇ ਉਹਨਾਂ ਨੂੰ ਕਿਹਾ ਹੈ ਕਿ ਉਹ ਮਜ਼ਦੂਰਾਂ ਨੂੰ ਬੰਦੂਆ ਬਣਾ ਕੇ ਉਹਨਾਂ ਨੂੰ ਨਸ਼ਾ ਦਿੰਦੇ ਆ ਤੇ ਨਸ਼ਾ ਦੇ ਕੇ ਕੰਮ ਕਰਵਾਉਂਦੇ ਆ। ਤੁਸੀਂ ਪੰਜਾਬ 'ਚ ਰਹੇ ਹੋ, ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹੋ ਸਾਬਕਾ, ਕੀ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਕਿਸਾਨ ਨਸ਼ਾ ਦੇ ਰਿਹਾ ਹੈ ਮਜ਼ਦੂਰਾਂ ਨੂੰ? ਦੇਖੋ ਐਸਾ ਹੈ, ਜਿਹੜੀ ਉਹਨਾਂ ਦੀ ਲੈਟਰ ਆਈ ਹੈ ਜੋ ਉਹਨਾਂ ਨੇ ਇਨਵੈਸਟੀਗੇਟ ਕੀਤੀ, ਕੋਈ ਵਿਦਆਊਟ ਬੇਸਿਸ ਤਾਂ ਹੁੰਦਾ ਨਹੀਂ, ਠੀਕ ਹੈ ਨਾ ਜੀ, ਉਹਦਾ ਵੀ ਕੋਈ ਨਾ ਕੋਈ ਬੇਸਿਸ ਹੁੰਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਆਊਟਰਾਈਟਲੀ ਰਿਜੈਕਟ ਵੀ ਕਰਦੇ ਹੀ ਹੈ। ਆਫਟਰ ਆਲ ਉਹ ਗਵਰਨਮੈਂਟ ਹੈ, ਠੀਕ ਹੈ ਨਾ, ਕੇਂਦਰ ਦੀ ਸਰਕਾਰ ਹੈ, ਚੁਣੀ ਹੋਈ ਸਰਕਾਰ ਹੈ। ਸੋ ਉਸਨੇ ਜੇ ਕੋਈ ਗੱਲ ਕਹੀ ਉਹਦੇ 'ਤੇ ਕੋਈ ਨਾ ਕੋਈ ਤਾਂ ਸਬਸਟੈਂਸ ਹੁੰਦਾ ਨਾ। ਇਸ ਗੱਲ ਨੂੰ ਅਸੀਂ ਸਿੰਪਲ ਕਹਿ ਦਈਏ ਕਿ ਵੀ ਨਹੀਂ ਹੈਗਾ, ਉਹ ਵੀ ਗੱਲ ਗਲਤ ਹੈ। ਸੋ ਉਹਦੇ ਵਿੱਚ ਉਹਨਾਂ ਕੋਲ ਸਪੈਸੀਫਿਕ ਇੰਸਟੈਂਸਿਸ ਜਿਹੜੇ ਹੈਗੇ ਆ ਉਹ ਹੈਗੇ ਆ। ਸਰ ਪਰਮਿੰਦਰ ਸਿੰਘ ਢੀਂਡਸਾ ਦੀ ਜਦੋਂ ਪਾਰਟੀ ਬਣੀ ਸੀ ਉਸਦੇ ਸੁਣ ਚ ਆ ਰਿਹਾ ਸੀਗਾ ਕਿ ਬੀਜੇਪੀ ਦੇ ਨਾਲ ਉਹਦੇ ਗੱਲਬਾਤ ਚੱਲ ਰਹੀ ਹੈ, ਪਰ ਹੁਣ ਪਰਮਿੰਦਰ ਸਿੰਘ ਢੀਂਡਸਾ ਨੇ ਖੁਦ ਕਿਹਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਇੱਕ ਨਵਾਂ ਪਲੇਟਫਾਰਮ ਤਿਆਰ ਕਰਾਂਗੇ। ਇਸ ਚੀਜ਼ ਨੂੰ ਤੁਸੀਂ ਕਹਿੰਦੇ ਦੇਖੋ ਉਹਦਾ ਆਪਣਾ ਨਿਰਣੇ ਹੈ ਜੀ। ਹਾਲੇ ਤਾਂ ਕਿਉਂਕਿ ਇਲੈਕਸ਼ਨ ਜਿਹੜੇ ਹੈਗੇ 7-8 ਮਹੀਨੇ ਪਏ ਆ, ਸੋ ਉਹਦੇ ਵਿੱਚ ਕੀ ਕੁਝ ਹੁੰਦਾ, ਕਿਉਂਕਿ ਇਹ ਤਾਂ ਤੈਅ ਹੈ ਕਿ ਮਲਟੀ ਕੁਆਟਰ ਕੰਟੈਸਟ ਹੈ, ਠੀਕ ਹੈ ਨਾ ਜੀ। ਹੁਣ ਇਹਦੇ ਵਿੱਚ ਹੋ ਸਕਦਾ ਜਿੱਦਾਂ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਢੀਂਡਸਾ ਜਿਹੜਾ ਹੈਗਾ ਉਹ ਇਕੱਠੇ ਹੋ ਜਾਣ, ਤੇ ਤੁਸੀਂ ਇਹਨੂੰ ਰੋਕ ਨਹੀਂ ਸਕਦੇ। ਹੋ ਸਕਦਾ ਕਿਸਾਨ ਆਪਣੀ ਪਾਰਟੀ ਬਣਾ ਕੇ ਤੁਰ ਪੈਣ। ਉਹਨਾਂ ਨੇ ਕਿਸਾਨਾਂ ਨੂੰ ਸਰ ਇਹ ਇਨਵਾਈਟ ਕੀਤਾ ਕਿ ਕਿਸਾਨਾਂ ਨੂੰ ਵੀ ਸਾਡੇ ਨਾਲ ਆ ਕੇ ਜੁੜਨਾ ਚਾਹੀਦਾ, ਤੇ ਇਸ ਚੀਜ਼ ਦਾ ਨੁਕਸਾਨ ਤਾਂ ਕਿਤੇ ਨਾ ਮੈਂ ਕਿਤੇ ਕਿਹਾ ਜਮਹੂਰੀਅਤ ਦੇ ਵਿੱਚ ਹਰ ਇੱਕ ਬੰਦਾ ਹਰ ਇੱਕ ਨੂੰ ਇਨਵਾਈਟ ਕਰ ਸਕਦਾ ਹੈ, ਐਸੀ ਕੋਈ ਗੱਲ ਨਹੀਂ। ਤੁਸੀਂ ਗੁਰਪ੍ਰੀਤ ਕੋਹਲੀ ਹੋਰਾਂ ਦਾ ਨਾਮ ਲਿਆ ਹੈ, ਕੀ ਮਾਮਲਾ ਕੀ ਉਹ ਕਲੀਅਰ ਕਰ? ਉੱਥੇ ਇਲੀਗਲ ਡਿਸਟ੍ਰਿਕਟਲੀ ਮਿਲੀ ਸੀਗੀ, ਕਾਲੇ ਬੰਦਾ ਖੰਨਾ ਦੇ ਵਿੱਚ, ਔਰ ਉਹਦੀ ਇਨਵੋਲਵਮੈਂਟ ਜਿਹੜੀ ਹੈ ਨਾ ਜੀ ਉਹ ਕੋਟਲੀ ਦੇ ਨਾਲ ਸੀਗੀ ਬਹੁਤ ਸਾਰਾ। ਹਾਂ, ਸੋ ਇਹ ਅਲਟੀਮੇਟਲੀ ਹੈਗਾ ਕਿ ਉਹਨਾਂ ਬੰਦੇ ਨੂੰ ਫੜ ਲਓ, ਲੇਕਿਨ ਅਲਟੀਮੇਟਲੀ ਜਿਹੜੀ ਇਹਨੇ ਲਗਾਈ ਹੈ ਉਹ ਕੱਲਾ ਬੰਦਾ ਜਿਹੜਾ ਪਤਾ ਕੁਝ ਨਹੀਂ ਹੈ ਜਾਂ ਮਾਤਰ ਸਾਥੀ ਹੈ, ਉਹ ਜੇ ਕੰਮ ਕਰਦਾ ਉਹਦੀ ਆਪਣੀ ਰਜਿਸਟਰੀ ਤਾਂ ਹੈ ਨਹੀਂ। ਇਹੀ ਤਾਂ ਗੱਲ ਕਿ ਜਿਹੜਾ 5600 ਕਰੋੜ ਰੁਪਈਆ ਡਕਾ ਰਿਹਾ ਉਹ ਕਿੱਥੇ ਗਿਆ, ਉਹ ਕਿਉਂ ਨਹੀਂ ਫੜੇ ਗਏ, ਅਸਲੀ ਬੰਦੇ ਕਿਉਂ ਨਹੀਂ ਫੜੇ ਗਏ ਨੇ ਮਾਲਕ ਜਿਹੜੇ ਚਲਾ ਰਹੇ ਸੀਗੇ। ਔਰ ਫਿਰ ਤੁਸੀਂ ਦੇਖੋ ਲਾਕਡਾਊਨ ਦੇ ਵਿੱਚ ਹੋਇਆ, ਲਾਕਡਾਊਨ ਸੀਗਾ, ਲਾਕਡਾਊਨ ਦੇ ਵਿੱਚ ਬਿਨਾਂ ਪਰਮਿਟ ਬਿਨਾਂ ਪੁਲਿਸ ਦੇ ਇਜਾਜ਼ਤ ਕੋਈ ਵੀ ਚੀਜ਼ ਇੱਧਰ ਉੱਧਰ ਨਹੀਂ ਜਾਣੀ, ਲੇਕਿਨ ਇਹ ਕਿੱਦਾਂ ਚਲੇਗੀ? ਇਹਦੀ ਜ਼ਿੰਮੇਵਾਰੀ ਕਿਹਦੀ ਹੈ? ਪੁਲਿਸ ਹੀ ਨਹੀਂ ਹੈ, ਹੋਮ ਡਿਪਾਰਟਮੈਂਟ ਕਿਹਦੇ ਕੋਲ ਹੈ? ਚੀਫ ਮਿਨਿਸਟਰ ਕੋਲ। ਹਾਲੇ ਜੀ ਕੱਲ ਬੀਜੇਪੀ ਕਾਰਜਕਰਤਾ ਵੱਲੋਂ ਮੰਤਰੀ ਆਸ਼ੂ ਦੇ ਘਰੇ ਚੂੜੀਆਂ ਸੁੱਟੀਆਂ ਗਈਆਂ। ਉਹ ਕਹਿੰਦੇ ਵੀ ਇਹ ਬੜੀ ਮੰਦਭਾਗੀ ਗੱਲ ਕੀਤੀ ਹੈ ਜੋ ਔਰਤਾਂ ਦੇ ਘਰੇ ਚੂੜੀਆਂ ਸੁੱਟੀਆਂ। ਕੋਈ ਇਹਨਾਂ ਕੋਲੇ ਕਿਸੇ ਵੀ ਤਰ੍ਹਾਂ ਦਾ ਕੋਈ ਮੁੱਦਾ ਨਹੀਂ ਹੈਗਾ ਇਸ ਤਰ੍ਹਾਂ ਦੇ ਮੁੱਦੇ। ਇਹ ਜਿਹੜਾ ਨਾ ਕਾਨੂੰਨ ਵਿਵਸਥਾ ਤੇ ਜੋ ਕੁਝ ਚੀਰਨ ਦੇਖੋ ਜਮਹੂਰੀਅਤ ਦਾ ਔਰ ਕਾਂਗਰਸ ਸਰਕਾਰ ਦਾ ਮਲੋੜ ਦੇ ਵਿੱਚ ਹੋਇਆ, ਉਹਦੇ ਲਈ ਜਿਹੜਾ ਹੈਗਾ ਮਹਿਲਾ ਮੋਰਚਾ ਨੇ ਜਿਹੜਾ ਹੈਗਾ ਮੰਤਰੀਆਂ ਨੂੰ ਜਿਹੜੀ ਚੂੜੀਆਂ ਪੇਸ਼ ਕੀਤੀਆਂ, ਮਹਿਲਾਵਾਂ ਨੂੰ ਨਹੀਂ ਕੀਤੀਆਂ। ਹਾਂ, ਸੋ ਮੰਤਰੀ ਦੀ ਚੂੜੀਆਂ ਜਿਹੜੀਆਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਪਈਆਂ ਕਿ ਭਾਈ ਜੇ ਤੁਸੀਂ ਕੰਮ ਨਹੀਂ ਕਰ ਸਕਦੇ ਚੂੜੀਆਂ ਪਾ ਲਓ। ਜੀ ਕੇਜਰੀਵਾਲ ਕਹਿ ਰਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਆ ਰਹੀ ਹੈ। ਦੇਖੋ ਕਲੇਮ ਕਰਨ ਨੂੰ ਕੀ ਹੈਗਾ, claim ਨਹੀਂ, ਉਹ ਕਹਿ ਅੱਗੇ ਰਿਹਾ ਵੀ 2017 ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈਗੀ ਐਡੇ ਵੱਡੇ ਸਰਵੇ ਲਾਏ ਸੀ ਕਿ 100 ਸੀਟਾਂ ਆ ਰਹੀ ਆਈ ਸੀ ਕਿ ਨਹੀਂ ਆਈ ਸੀ। ਨਹੀਂ ਉਹ ਇਹ ਕਹਿ ਇਹਨਾਂ ਨੇ ਰਿਹਾ ਹੁਣ ਤਾਂ ਜਿਹੜਾ ਹੈ ਨਾ ਉਹਨਾਂ ਸਾਰੀ ਦਾ ਪਾਰਟੀਆਂ ਨੂੰ ਦੇਖ ਲਿਆ ਪੰਜਾਬ ਦੇ ਲੋਕਾਂ ਨੇ। ਇਹੀ ਤਾਂ ਮੈਂ ਕਹਿ ਰਿਹਾ, ਉਹਨਾਂ ਨੂੰ ਉਦੋਂ ਹੀ ਨਕਾਰਤਾ ਸੀਗਾ ਪੰਜਾਬ ਸਰਕਾਰ ਨੇ। बीजेपी भाजपा किस मुद्दे को लेकर के चुनाव में जाएगी? ਉਹ ਸਾਡਾ ਮੈਨੀਫੈਸਟੋ ਆਏਗਾ, ਤੁਹਾਨੂੰ ਸਾਰੇ ਮੁੱਦਿਆਂ अभी ਨੂੰ जो आप तैयारी कर रहे हैं किस चीज की? ਮੈਂ ਕਿਹਾ ਜੀ ਉਹ ਤੁਹਾਨੂੰ ਜਦੋਂ ਮੈਨੀਫੈਸਟੋ ਆਏਗਾ ਨਾ ਸਾਰੇ ਮੁੱਦੇ ਸਾਹਮਣੇ ਆ ਜਾਣਗੇ। मैनिफेस्टो तो तब आते हैं ਰਿਲੀਜ਼ ਕਰਾਂਗੇ ਨਾ, ਪ੍ਰੋਪਰ ਰਿਲੀਜ਼ ਕਰਾਂਗੇ ਉਹਦੇ वो तो ਵਿੱਚ तब आते हैं जब नामांकन हो जाता है सारे सिस्टम उसको आपकी लाइन ऑफ एक्शन होना ਉਹ ਫਿਰ ऑफिशियली डिस्क्लोज ਕੀਤਾ ਜਾएगा। कालिया जी अगर कोई नाराज अपना लीडर वापस आना चाहे तो पार्टी चाहे रात लीडर आप कोई ऐसे कंसिडर कराएंगे जो कोई आना चाहता है मोस्ट वेलकम। नवजोत सिंह सिद्धू वाले की कहना मैं कह दिया अगला बंदा पहला खास जारी करे फिर पार्टी सोच सकते हैं। ਸਰ ਪੰਜਾਬ ਸਰਕਾਰ ਦਾ ਕਹਿਣਾ ਕਿ 85% ਕੰਮ ਅਸੀਂ ਪੂਰੇ ਕੀਤੇ ਆ। ਸੈਂਟਰ ਸਰਕਾਰ ਨੇ ਕਿੰਨੇ ਪਰਸੈਂਟ ਕੀਤੇ ਆ? मैं कह ਗੱਲ ਇਹ ਹੈ 85% ਤਾਂ ਪੂਰੇ ਕੀਤੇ ਹੀ ਨਹੀਂ ਤਾਂ ਕਹਿ ਰਹੇ ਆ। ਸਰ ਕੇਂਦਰ ਨੇ ਕਿੰਨੇ ਕੀਤੇ ਜੀ? 85% ਦਾ ਮਤਲਬ ਇਹ ਹੈ ਕਿ ਵੀ 100 ਦੇ ਵਿੱਚੋਂ 85 ਵਾਅਦੇ 100% ਪੂਰੇ ਹੋ ਗਏ ਜਾਂ ਸਾਰੇ ਵਾਅਦੇ 85% ਪੂਰੇ ਹੋਏ। ਕਿਸੇ ਵੀ ਪਹਿਲੂ ਦੇ ਉੱਤੇ
ਇਹ ਖਰੇ ਨਹੀਂ ਉਤਰਦੇ ਜਿਹੜਾ ਇਹਨਾਂ ਨੇ ਕ੍ਰਾਈਟੇਰੀਆ ਸੈੱਟ ਕੀਤਾ ਹੈ। ਕੈਪਟਨ ਸਾਹਿਬ ਚੀਫ ਮਿਨਿਸਟਰ ਝੂਠ ਬੋਲਣਾ ਸਵਾਲ ਤਾਂ ਇਸ ਗੱਲ ਦਾ ਸਰ ਮੋਦੀ ਜੀ ਦੀਆਂ ਉਪਲਬਧੀਆਂ ਦੱਸੋ ਵੀ ਪੰਜਾਬ ਦੇ ਔਰ ਪੰਜਾਬ ਦੇ ਅੱਜ ਲੋਕਾਂ ਦੀ ਪੰਜਾਬ ਦੀ ਗੱਲ ਕਰ ਰਹੇ ਹਾਂ, ਉਪਲਬਧੀਆਂ ਬਹੁਤ ਹੈਗੀਆਂ ਸਰ ਕਿੱਦਾਂ ਦੀਆਂ ਦੇਖੋ 14 ਤੋਂ ਲਾ ਕੇ 19 ਤੱਕ ਮੋਰ ਲਾਤੀ ਵਾਲੀ ਉਪਲਬਧੀਆਂ ਤੋਂ ਠੀਕ ਹੈ ਜੀ ਹੁਣ ਫਿਰ 24 ਚ ਲੱਗੇਗੀ ਨਹੀਂ ਉਹਨਾਂ ਦੀ ਛਵੀ ਪੇਸ਼ ਕੀਤੀ ਜਾ ਰਹੀ ਵੀ ਜੋ ਸਿੱਖ ਵਿਰੋਧੀ ਹੈ ਜਾਂ ਇਹ ਹੋਰ ਸਵਾਲ ਇਹ ਹੈ ਜੇ ਉਪਲਬਧੀਆਂ ਦੀ ਗੱਲ ਕਰਦੇ ਹੋ ਉਪਲਬਧੀਆਂ ਨਾਲ ਤਾਂ ਗੱਲ ਹੀ ਮੁੱਕ ਗਈ ਕਿ 14 ਤੋਂ 19 ਤੱਕ ਪੂਰੀ ਬਹੁਮਤ ਨਾਲ ਸਰਕਾਰ ਆਈ ਹੈ तो जनता ने मोहर लाती जो उपलब्धि हुई ਲੇਕਿਨ ਪੰਜਾਬ ਤੋਂ ਮੋਰ ਕਿਉਂ ਨਹੀਂ ਲੱਗਦੀ ਸਰ ਹਾਂਜੀ। ਪੰਜਾਬ ਦੇ देखो देखो ਆਪਾਂ ਇਹ ਕਹੀਏ ਕਿ ਵੀ ਇतना डिफरेंट हैगा व्यू पॉइंट जो भी निर्णय आता है जनता का सरकारी ਆਪਾਂ ਤਾਂ ऐसे नहीं कर ਬਾਕੀ ਪੰਜਾਬ ਦੇ ਲਈ ਉਹਨਾਂ ਨੇ ਉਹ ਵੀ ਆਪਾਂ ਕੋਰੀਡੋਰ ਖੋਲਿਆ ਫਿਰ ਇੱਥੇ ਖੁਦ ਆਏ ਜਦੋਂ 550 ਸਾਲਾ ਸੀਗਾ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਆਏ ਸੋ ਕਿਸਾਨਾਂ ਦੀ ਉਹਨਾਂ ਨੇ ਕਾਫੀ ਕੁਝ ਕੀਤਾ ਜਿਹੜਾ 18000 ਕਰੋੜ ਰੁਪਏ ਜਿਹੜਾ ਮਾਨ ਕੰਮ ਦਿੱਤਾ ਹੈ ਸੋ ਬਹੁਤ ਕੰਮ ਕੀਤੇ ਹੋਏ ਪੰਜਾਬ ਲਈ ਤੇ ਸਪੈਸੀਫਿਕ ਜਿਹੜਾ ਹੈਗਾ ਕੋਰੋਨਾ ਨੂੰ ਲੈ ਕੇ ਜਿਹੜੇ ਹਾਲਾਤ ਇਸ ਲਈ ਪੰਜਾਬ ਦੇ ਬਣ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਦੁਬਾਰਾ ਪੰਜਾਬ ਦੇ ਲੋਕਡਾਊਨ ਲੱਗ ਸਕਦਾ ਵਾ ਕੇਂਦਰ ਸਰਕਾਰ ਇਸ ਤਰੀਕੇ ਦੀ ਗਾਈਡਲਾਈਨ ਜਾਰੀ ਕਰ ਸਕਦੀ ਹੈ। ਦੇਖੋ ਮੈਨੂੰ ਨਹੀਂ ਲੱਗਦਾ ਕਿ ਵੀ ਜਦੋਂ ਲਾਕਡਾਊਨ ਲੱਗਿਆ ਸੀ ਨਾ ਉਦੋਂ ਵੈਕਸੀਨ ਨਹੀਂ ਆਈ ਸੀ ਉਦੋਂ ਬਚਾਓ ਹੀ ਉਪਾਅ ਸੀਗਾ ਐਟ ਦਾ ਮੋਸਟ ਉਹ ਮੋਦੀ ਜੀ ਨੇ ਇਮੀਡੀਏਟਲੀ ਐਕਸ਼ਨ ਕੀਤਾ ਕਿ ਲਾਕਡਾਊਨ ਲਗਾਓ ਹੁਣ ਦੇਖੋ ਵੈਕਸੀਨ ਆ ਗਈ ਫਰਕ ਹੈਗਾ ਹੁਣ ਚਾਹੀਦਾ ਕਿ ਵੱਧ ਤੋਂ ਵੱਧ ਵੈਕਸੀਨ ਲਗਾਈ ਜਾਏ ਮੈਂ ਤਾਂ ਹੋਰ ਗੱਲ ਕਹਿਣਾ ਹੁਣ ਨਾਈਟ ਕਰਫਿਊ ਲਗਾਇਆ ਠੀਕ ਹੈ ਨਾ ਜੀ ਨਾਈਟ ਕਰਫਿਊ ਬੇਸਿਕਲੀ ਜਿੱਥੇ ਨਾਈਟ ਲਾਈਫ ਹੈ ਨਾ ਉੱਥੇ ਵਰਤਦਾ ਉਹ ਬੰਬੇ ਹੈ ਦਿੱਲੀ ਹੈ ਬੰਬੇ ਕੈਲਕਟਾ ਜਾਂ ਮੈਡਰਾਸ ਕਿ ਵੀ ਜਿੱਥੇ 12-1 ਵਜੇ ਤੱਕ ਨਾਈਟ ਲਾਈਫ ਹੈ 11 ਵਜੇ ਲੋਕੀ ਸੁੱਤੇ ਉੱਠਦੇ ਜੇ ਬੰਬੇ ਗਏ ਹੋ ਉੱਥੇ 10-11 ਵਜੇ ਕੋਈ ਲਾਈਫ ਨਹੀਂ ਹੁੰਦੀ ਠੀਕ ਹੈ ਨਾ ਜੀ ਹੁਣ ਪੰਜਾਬ ਦੇ ਵਿੱਚ ਇਹ ਬੇਮੈਨੇ ਹੈ ਮਾਫ ਕਰਨਾ ਕਿਉਂ ਕਿਉਂਕਿ ਨਾਈਟ ਲਾਈਫ ਇੱਥੇ ਹੈ ਹੀ ਨਹੀਂ ਇੱਥੇ ਨਾਈਟ ਲਾਈਫ ਨਹੀਂ ਹੈਗੀ ਇੱਥੇ ਲੋਕੀ 9-10 ਵਜੇ ਹੱਦ ਤੱਕ ਜਿਹੜੇ ਲੋਕ ਹੋਟਲਾਂ ਜਾਂਦੇ ਆ ਉਹ ਵੀ ਜਾਂ ਕਲੱਬ 'ਚ ਆਏਗੇ ਬੜੇ ਥੋੜੇ ਸੋ ਨਾਈਟ ਲਾਈਫ ਨਹੀਂ ਹੈਗੀ ਫਿਰ ਇੱਕ ਹੋਰ ਗੱਲ ਹੈ ਮੈਂ ਇਸ ਬਾਰੇ ਜਿਹੜਾ ਨਾ ਕਿ ਵੀ ਕੋਵਿਡ ਦਾ ਕਿ ਵੀ ਜਿੰਨਾ ਐਜੂਕੇਟ ਕੀਤਾ ਜਾਏ ਹੁਣ ਇੱਕ ਗਰੀਬ ਹੈ ਜਿਹਨੇ ਰੋਜ਼ ਕਮਾਣਾ ਰੋਜ਼ ਖਾਣਾ ਠੀਕ ਹੈ ਨਾ ਜੀ ਉਹਦੇ ਲਈ ਭੁੱਖ ਜਿਹੜੀ ਹੈ ਨਾ ਉਹ ਕਰੋਨਾ ਦੀ ਮੌਤ ਨਾਲੋਂ ਉਹ ਵੱਡੀ ਹੈ ਉਹਨੇ ਕਹੂਗਾ ਮੈਨੂੰ ਹੋ ਜਵੇ ਲੇਕਿਨ ਮੇਰੇ ਪਰਿਵਾਰ ਨੇ ਮੈਂ ਰੋਟੀ ਤਾਂ ਦੇਣੀ ਹੈ ਸੋ ਉਹਦੇ ਲਈ ਉਹਦਾ ਵੀ ਇੱਕ ਆਪਣੀ ਮਜਬੂਰੀ ਹੈ ਠੀਕ ਹੈ ਨਾ ਸੋ ਉਸ ਨਾਤੇ ਉਹਦਾ ਵੀ ਧਿਆਨ ਰੱਖਣਾ ਚਾਹੀਦਾ ਸੋ ਇਸ ਲਈ ਆਪਾਂ ਕਹੀਏ ਕਿ ਵੀ ਸਿੰਪਲ ਉੱਥੇ ਲੱਗਾ ਹੈਗਾ ਲਾਈਟ ਲਗਾ ਲਾ ਦਿਓ ਇੱਥੇ ਲਾ ਦਿਓ ਬੇਲ ਨਹੀਂ ਹੈ ਹਾਂ ਉਹ ਐਜੂਕੇਟ ਕੀਤਾ ਜਾਵੇ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਵੈਕਸੀਨੇਸ਼ਨ ਮੈਕਸਿਮਮ ਹੋਵੇ ਉਹਦੇ ਲਈ ਤੁਸੀਂ ਇਹ ਦੇਖੋ ਕਿ ਵੀ ਇਹ ਸਰਕਾਰ ਝਾੜ ਪਈ ਹੈ ਕਿ ਭਾਈ ਤੁਸੀਂ ਨੈਸ਼ਨਲ ਐਵਰੇਜ ਤੋਂ ਘੱਟ ਫਿਰ ਹੋਰ ਹੈ 290 ਵੈਂਟੀਲੇਟਰਸ ਲੈਵਲ 3 ਦੇ ਦਿੱਤੇ ਸਾਲ ਹੋ ਗਿਆ ਆਪਣੇ ਕਾਂਗਰਸ ਦੇ ਸੈਂਟਰਲ ਗਵਰਨਮੈਂਟ ਨੇ ਠੀਕ ਹੈ ਜੀ 30 ਕਰੋੜ ਦੇ ਉਹ ਸਾਰੇ ਚੂਲ ਚੜਦੇ ਪਏ ਆ ਉਹ ਲਗਾਈ ਕਿਉਂ ਨਹੀਂ ਸਵਾਲ ਤਾਂ ਇਸ ਗੱਲ ਦਾ ਹੈਗਾ ਕਿ ਵੀ ਆਪਾਂ ਜਿਹੜਾ ਬਚਾਅ ਅਵੇਲੇਬਲ ਹੈਗਾ ਜੋ ਟ੍ਰੀਟਮੈਂਟ ਹੈ ਉਹ ਆਪਾਂ ਕਰਦੇ ਨਹੀਂ ਪਏ ਅਸੀਂ ਸਿੰਪਲੀ ਹੈਗਾ ਲੋਕਾਂ ਦੇ ਉੱਤੇ ਜਿਹੜਾ ਨਹੀਂ ਕਿ ਵੀ ਆਹ ਬੈਨ ਕਰ ਦਿਓ ਇਹ ਬੈਨ ਕਰ ਦਿਓ ਰਾਤੀ ਕਰਫਿਊ ਲਾ ਦਿਓ ਉਹ ਤਾਂ ਇੱਕ ਸਿੰਪਲ एक विंडो ड्रेसिंग कोविड वैक्सीनेशन को लेकर के बात चल रही है कि पंजाब में 2 दिन लास्ट सैटरडे संडे को मेगा कैंप लगे लुधियाना में 50,000 वैक्सीनेशन हुई अगले दिन सरकार ने फ्रंटलाइन वर्कर्स की वाला बंद करवा दिया ये बोल रहे कि सरकार ही नहीं करने दे रही है केंद्र सरकार ਕੀ ਕਹਿ ਰਹੇ ਤੁਸੀਂ इधर यहाँ लुधियाना में सैटरडे और संडे को मेगा कैंप लगे उसमें 50,000 लोगों की वैक्सीनेशन हुई ठीक है इसमें फ्रंटलाइन वर्कर भी थे हेल्थ वर्कर भी थे 45 साल से नीचे वाले वो सारे लगे अगले दिन संडे को ही कुछ देर बाद वो हेल्थ लाइन वर्कर और फ्रंटलाइन वर्कर वाला कॉलम बंद कर दिया सेंट्रल गवर्नमेंट पंजाब में जो लोग कैंप लगवा रहे हैं सेंट्रल गवर्नमेंट नहीं खिलाफ कर रही है हम यहाँ ज़्यादा करवा देते वैक्सीनेशन ਲੰਮੇ ਪੁੱਛਦੇ ਯਾਰ ਕਈ ਵਾਰੀ ਹੈਗਾ ਕਿ ਇਹਨੇ ਖੁਦ ਆਪਦਾ ਲਗਵਾ ਨਹੀਂ ਰਹੇ ਲੇਕਿਨ ਉਹਨਾਂ ਦਾ ਸਿਸਟਮ ਉਹਨਾਂ ਨੇ ਪਾਲਿਸੀ ਬੰਦ ਕਰਤੀ ਉਹਨਾਂ ਨੇ ਆਪਣੇ ਸਟੇਟ ਗਵਰਨਮੈਂਟ ਨੂੰ ਜਿਹੜਾ ਹੈਗਾ ਸਾਰੇ ਇੰਜੈਕਸ਼ਨ ਵਗੈਰਾ ਦਿੱਤੇ ਹੋਏ ਵੈਕਸੀਨੇਸ਼ਨ ਦਿੱਤੀ ਹੋਈ ਹੈ ਉਹ ਆਪਣਾ ਜਿਹੜੀ ਜ਼ਿੰਮੇਵਾਰੀ ਨਿਭਾ ਨਹੀਂ ਰਹੇ ਉਹਦੇ ਕੰਡੀਸ਼ਨਲ ਦਿੱਤੀ ਸੀ ਉਹ ਬੰਦ ਕਰ
ਕਾਲੀਆ ਜੀ ਹਿਮਾਚਲ ਦੇ ਵਿੱਚ ਵੀ ਜਿੱਦਾਂ ਪੰਜਾਬ 'ਚ ਰਿਸਟ੍ਰਿਕਸ਼ਨ ਦਿੱਤੀਆਂ ਹੋਈਆਂ ਨੇ, ਹਿਮਾਚਲ ਵੀ ਸੇਮ ਰਿਸਟ੍ਰਿਕਸ਼ਨ ਦੇ ਰਹੇ ਨੇ। ਫਿਰ ਹਿਮਾਚਲ ਦੇ ਵਿੱਚ ਕਿਉਂ ਕਰੋਨਾ ਨਹੀਂ ਹੈ ਤੇ ਇੱਥੇ ਆਪਾਂ ਪੰਜਾਬ ਸਰਕਾਰ ਨੂੰ ਦੇਖੋ ਆਪਣਾ ਜੀ ਇੱਥੇ ਨੂੰ ਜ਼ਿਆਦਾ ਸੋਸ਼ਲ ਡਿਸਟੈਂਸਿੰਗ ਦੀ ਵਾਇਲੇਸ਼ਨ ਹੈਗੀ ਹੈ। ਉੱਥੇ ਜਿਹੜਾ ਹੈਗਾ ਵੀ ਅਸੀਂ ਕਹੀਏ ਹਿਮਾਚਲ ਦੇ ਵਿੱਚ ਆਬੋ ਹਵਾ ਵੀ ਸਾਫ਼ ਹੈ, ਲੋਕ ਵੀ ਇੰਨਾ ਜਿਹੜਾ ਹੈਗਾ ਜੇ ਅਸੀਂ ਕਹੀਏ ਐਜ਼ ਕੰਪੇਅਰ ਟੂ ਇੱਥੇ ਡੈਂਸਿਟੀ ਉੱਥੇ ਘੱਟ ਹੈਗੀ, ਉਹਦਾ ਹੀ ਫਰਕ ਹੈ। ਸੋ ਅਫੀਸ਼ੀਅਲ ਨੇ ਕਿਹਾ ਸੀ ਕਿ ਮਾਸਕ ਲਾਉਣਾ ਜ਼ਰੂਰੀ ਹੈ, ਲੇਕਿਨ ਤੁਹਾਡੀ ਆਪਣੀ ਪ੍ਰੈਸ ਕਾਨਫਰੰਸ ਮਾਸਕ ਨਹੀਂ ਹੈ ਜੀ ਮੈਂ ਤੇ ਗੱਲ ਨਾ ਕਰੂੰਗਾ ਫਿਰ ਇਹ ਸਰ ਉਵੇਂ ਵੀ ਆਵਾਜ਼ ਆਉਂਦੀ ਹੈ ਜਾਂ ਮੇਰੀ ਵੀ ਆ ਰਹੀ ਹੈ ਆ ਵੀ ਇਹ ਨਾਲ ਇਹ ਕਹਿਣੇ ਲੱਗਿਆ ਨਹੀਂ ਬਾਕੀ ਲੱਗੇ ਨਹੀਂ ਚਲੋ ਤੁਹਾਨੂੰ ਕਹਿ ਰਿਹਾ ਕਿ ਮਾਸਕ ਲਗਾ ਲਓ ਇਹ ਵੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਅਸੀਂ ਐਡਰੈਸ ਕਰਨ ਆਏ ਸੀਗੇ ਸਾਰਿਆਂ ਨੇ ਮਾਸਕ ਲਾਇਆ ਸੀਗਾ। ਨਹੀਂ ਆਪ ਬੈਠਣ ਦੀ ਗੱਲ ਕਰਦੇ ਸੋਸ਼ਲ ਡਿਸਟੈਂਸਿੰਗ ਦੀ ਗੱਲ ਬੋਲਣ ਲਈ ਆ ਲੋਕ ਸਾਰੇ ਉਹੀ ਗੱਲ ਕਹਿੰਦੇ ਸਾਰੇ ਜ਼ਰੂਰੀ ਹੈ ਸਿੰਗਲ ਜੀ ਜੇ ਇਦਾਂ ਕੈਮਰੇ ਘੁਮਾਉਣ ਲੱਗ ਗਏ ਨਾ ਸਾਰਿਆਂ ਨੂੰ ਸਿੰਗਲ ਕੇ ਔਖੇ ਹੁੰਦੇ ਹੁੰਦੇ ਹੋ ਪ੍ਰੈਸ ਕਾਨਫਰੰਸ ਤੁਹਾਡੇ ਕੋਲ ਪ੍ਰੈਸ